ਮੈਨੂੰ ਲੱਗਦਾ ਵੀ ਦੇਸ਼ ਹੋਰ ਆਮ ਹੋ ਗਿਆ ਜੀ। ਮਜ਼ਦੂਰ ਦੀ ਕੋਈ ਆਜ਼ਾਦੀ ਨਹੀਂ ਗੀ, ਆਪ ਵੀ ਭੁੱਖੇ ਰਹਿੰਦੇ ਆ ਜੀ ਕਿਸੇ ਟਾਈਮ ਜੀ। ਨੂੰ ਇੱਕ ਝੰਡਾ ਮੰਗਣ ਵਾਸਤੇ ਸਾਰੇ ਬਠਿੰਡੇ 'ਚ ਗੇੜੇ ਦਿੱਤੇ। ਗੱਲ ਕਰ ਕਿਸੇ ਨੇ ਝੰਡਾ ਨਹੀਂ ਦਿੱਤਾ, ਕਹਿੰਦਾ 20 ਰੁਪਏ ਕੱਢੋ, ਕੋਈ ਕਹਿੰਦਾ 30 ਰੁਪਏ ਕੱਢੋ। ਘਰੇ ਨਿੱਕੇ ਨਿੱਕੇ 2 ਬੱਚੇ ਆ। ਕਦੇ ਕਦੇ ਲੱਗਦੀ ਹੈ ਜੀ, ਮੁੜ ਜਾਈ ਜਾਂਦੀ। ਸਾਡੀ ਮਜ਼ਦੂਰ ਦੀ ਆਜ਼ਾਦੀ ਬਹੁਤ ਬੇਕਾਰ ਹੈ ਜੀ, ਰੋਟੀ ਨੂੰ ਵੀ ਬਹੁਤ ਔਖਾ ਜੀ। ਇੰਨੀ ਮਹਿੰਗਾਈ ਦੇ ਵਿੱਚ ਜੀ ਗੱਲ ਸੁਣੋ ਵੀ ਆਟਾ ਵੀ ਮੁੱਲ ਦਾ, ਮਨ ਦੁਖੀ ਕਰਕੇ ਬਹਿ ਜਾਂਦੇ ਆ, ਭੁੱਖੇ ਚਾਹਿਆ ਤਾਂ ਬਹਿ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ। ਅੱਜ 75ਵਾਂ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਤੇ ਵੱਖ-ਵੱਖ ਜਗ੍ਹਾ ਤੇ ਵੱਖ-ਵੱਖ ਮਿਨਿਸਟਰਾਂ ਵੱਲੋਂ ਝੰਡੇ ਵੀ ਲਹਿਰਾਏ ਜਾ ਰਹੇ ਆ। ਪਰ ਅਸੀਂ ਖੜੇ ਹਾਂ ਲੇਬਰ ਚੌਂਕ ਵਿੱਚ, ਜਿੱਥੇ ਪੁੱਛਦੇ ਹਾਂ ਲੇਬਰ ਨਾਲ ਗੱਲਬਾਤ ਵੀ ਕਰਾਂਗੇ ਕਿ ਲੇਬਰ ਦੀ, ਮਜ਼ਦੂਰਾਂ ਦੀ ਜਿਹੜੀ ਆਜ਼ਾਦੀ ਆ ਕਿਹੋ ਜਿਹੀ ਆ। ਕੀ ਮੌਜੂਦਾ ਸਰਕਾਰਾਂ ਝੰਡੇ ਲਹਿਰਾਉਣ, ਆਜ਼ਾਦੀ ਦਿਵਸ ਮਨਾਉਣ ਤੱਕ ਹੀ ਸੀਮਿਤ ਰਹਿ ਗਈਆਂ ਜਾਂ ਉਹਨਾਂ ਨੇ ਮਜ਼ਦੂਰਾਂ ਦਾ ਜਾਂ ਲੋਕਾਂ ਦਾ ਸੁਧਾਰ ਵੀ ਕੀਤਾ, ਤੇ ਲੋਕ ਇਸ ਤੇ ਕੀ ਕਹਿਣਾ ਚਾਹੁੰਦੇ ਨੇ ਤੇ ਉਹਨਾਂ ਨਾਲ ਕਰਦੇ ਆ ਗੱਲਬਾਤ। ਕੀ ਨਾਮ ਹੈ ਬਾਈ ਦਾ? ਮੇਰਾ ਜੀ ਨਾਮ ਜੀ ਰੋਹੀ ਸਿੰਘ ਹੈ ਜੀ, ਕਿੱਥੋਂ ਆਏ ਹੋ? ਪਿੰਡ ਕੋਟ ਭਾਰੇ ਤੋਂ ਜੀ। ਅੱਜ ਆਜ਼ਾਦੀ ਦਿਵਸ ਆ ਤੇ ਤੁਸੀਂ ਇੱਥੇ ਲੇਬਰ ਚੌਂਕ 'ਚ ਖੜੇ ਹੋ, ਮਜ਼ਦੂਰਾਂ ਦੀ ਆਜ਼ਾਦੀ ਕਿਹੋ ਜਿਹੀ ਹੈ? ਬਾਹ ਮੰਦੀ ਹੈ ਜੀ, ਬਹੁਤ ਹਾਲਤ ਗਰੀਬਾਂ ਦੀ। ਦਿਹਾੜੀ ਲੱਗ ਜਾਂਦੀ ਹੈ ਤੁਹਾਡੀ? ਨਹੀਂ ਜੀ, ਕਦੇ ਕਦੇ ਲੱਗਦੀ ਹੈ ਜੀ, ਮੁੜ ਜਾਈ ਜਾਂਦੀ। ਕਿੰਨੀ ਕੁ ਦਿਹਾੜੀ ਚੱਲਦੀ ਹੈ ਆਮ? 500 ਰੁਪਏ ਦਿਹਾੜੀ ਚੱਲਦੀ ਹੈ ਜੀ, ਕੋਈ 450 ਦਿੰਦਾ ਜੀ, ਕੋਈ 300 ਦਿੰਦਾ ਜੀ। ਕਿੰਨੇ ਕੁ ਦਿਨਾਂ ਬਾਅਦ ਦਿਹਾੜੀ ਲੱਗ ਜਾਂਦੀ ਹੈ? ਬਸ ਤੀਜੇ ਚੌਥੇ ਦਿਨ ਲੱਗਦੀ ਹੈ ਜੀ। ਉਹਦੇ ਨਾਲ ਟਾਈਮ ਪਾਸ ਹੋ ਜਾਂਦਾ ਤੁਹਾਡਾ? ਟਾਈਮ ਪਾਸ ਤਾਂ ਕਿੱਥੇ ਹੁੰਦਾ ਜੀ, ਬਸ ਖਰਚਾ ਚੱਲਦਾ ਜੀ ਮਾੜਾ ਮੋਟਾ ਜੀ। ਕਾਹਦੇ ਤੇ ਆਉਣੇ ਪਿੰਡ? ਅਸੀਂ ਤਾਂ ਜੀ ਬੱਸ ਤੇ ਆਉਣੇ ਆ ਜੀ। ਕਿੰਨਾ ਕਿਰਾਇਆ ਲੱਗਦਾ? 40 ਰੁਪਏ ਅਪ ਡਾਊਨ ਦੇ ਜੀ। ਫਿਰ ਜੇ ਦਿਹਾੜੀ ਨਹੀਂ ਲੱਗਦੀ ਫਿਰ ਉਹ 40 ਰੁਪਏ ਦਾ ਕੀ ਕਰਦੇ ਹੋ? 40 ਰੁਪਏ ਬਸ ਜੀ ਕਿਰਾਇਆ ਲਾ ਕੇ ਮੁੜ ਜਾਈਏ ਤੇ ਤੇ ਰੋਟੀ ਪਾਣੀ ਫਿਰ ਕਿੱਥੋਂ ਲੈ ਕੇ? ਰੋਟੀ ਪਾਣੀ ਕਈ ਵਾਰੀ ਜੀ ਘਰੋਂ ਲਿਆਈਦਾ ਜੀ, ਕਈ ਵਾਰੀ ਇੱਥੇ ਲੰਗਰ ਲੰਗਰ ਵਗੈਰਾ ਆ ਜਾਂਦਾ ਜੀ। ਜਿਹੜੇ ਵਿਆਹੇ ਬੰਦੇ ਆ, ਪਰਿਵਾਰਾਂ ਵਾਲੇ ਆ, ਫਿਰ ਉਹ ਕਿਵੇਂ ਪਰਿਵਾਰ ਪਾਲਦੇ ਨੇ? ਇੱਕ ਪਾਸੇ ਲੋਕ ਬਸ ਜੀ ਕਿਹੜੀਆਂ ਬੀਬੀਆਂ ਆਈਆਂ ਜੀ, ਉਹਨਾਂ ਦੀਆਂ ਘਰਾਂ ਵਾਲੀਆਂ ਆਈਆਂ, ਮਾੜਾ ਮੋਟਾ ਕਿਸੇ ਦੇ ਘਰੇ ਪੋਚਾ ਲਾਇਆ ਜੀ, ਬਸ ਟਾਈਮ ਪਾਸ ਹੋਈ ਜਾਂਦਾ ਜੀ। ਕੋਈ ਦਿਹਾੜੀ ਲੱਗ ਜਾਂਦੀ ਹੈ ਜੀ। ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ। ਸਰਕਾਰ ਬਣਾਈ ਸੀਗੀ ਜੀ, ਮਤਲਬ ਜੀ ਆਪਾਂ ਵੋਟਾਂ ਪਾਈਆਂ ਸੀਗੀਆਂ ਜੀ, ਅਸੀਂ ਮੌਕਾ ਤਾਂ ਦਿੱਤਾ ਸੀਗਾ ਜੀ, ਨਵੀਂ ਸਰਕਾਰ ਆਪਾਂ ਨੂੰ ਕੰਮ ਦਊਗੀ ਜੀ, ਹਨਾ ਜੀ। ਤੇ ਇਹਨਾਂ ਨੇ ਕੋਈ ਕੀਤਾ ਨਹੀਂ ਜੀ। ਹੁਣ ਲੇਬਰ ਦਾ ਕੋਈ ਹੱਲ ਹੋਣਾ ਚਾਹੀਦਾ ਜੀ। ਦੂਸਰੇ ਪਾਸੇ ਮੋਟੀਆਂ ਤਨਖਾਹਾਂ ਲੈਂਦੇ ਆ ਅਫਸਰ, ਦਫ਼ਤਰਾਂ 'ਚ ਬੈਠੇ, ਉਹ ਕੰਮ ਡੱਕਾ ਨਹੀਂ ਕਰਦੇ। ਦੂਸਰੇ ਪਾਸੇ ਮਜ਼ਦੂਰ ਨੂੰ ਕੰਮ ਨਹੀਂ ਮਿਲਦਾ ਸਰਕਾਰ ਤੋਂ। ਹਾਂਜੀ, ਉਹ ਆਪਾਂ ਕਹਿੰਦੇ ਆ ਜੀ, ਆਪਾਂ ਨੂੰ ਗਰੀਬਾਂ ਨੂੰ ਕੰਮ ਮਿਲੇ ਜੀ, ਕੋਈ ਨੌਕਰੀ ਮਿਲੇ ਜੀ, ਹੈ ਨਾ ਜੀ। ਕਹਿੰਦੇ ਅਸੀਂ ਨੌਕਰੀਆਂ ਦੇਵਾਂਗੇ ਜੀ, ਆਹ ਕਰਾਂਗੇ ਉਹ ਕਰਾਂਗੇ ਜੀ। ਇਹਨਾਂ ਨੇ ਕੁਛ ਨਹੀਂ ਕੀਤਾ ਜੀ। ਗਰੀਬ ਆਹ ਦੇਖ ਲਓ ਜੀ, ਘੱਟੋ ਘੱਟ ਅਣਗਿਣਤੀ ਜਿਵੇਂ ਚੌਂਕ 'ਚ ਫਿਰਦੇ ਆ। ਧੱਕਾ ਮੁੱਕੀ ਇੱਥੇ ਬਹੁਤ ਹੁੰਦੀ ਹੈ ਜੀ। ਕਿਹੜਾ ਕੰਮ ਬੰਦਾ ਲਾਉਣਾਗਾ, ਕਿਹਨੇ ਲਾਉਣਾਗਾ, ਉਹਨੂੰ ਵੀ ਨਹੀਂ ਲਾਉਣ ਦਿੰਦੇ ਜੀ। ਇੱਥੇ ਬੰਦੇ ਬਹੁਤ ਰੋਹ ਮਾਰਦੇ ਆ। ਉਹਨਾਂ ਦਾ ਹੱਲ ਕਰਨਾ ਚਾਹੀਦਾ ਸਰਕਾਰਾਂ ਨਾਲ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੰਗ ਤਾਂ ਇਹੀ ਕਰਦੇ ਆ, ਕੋਈ ਗਰੀਬਾਂ ਨੂੰ ਜੀ ਰੁਜ਼ਗਾਰ ਮਿਲੇ ਜੀ। ਕੀ ਨਾਮ ਹੈ? ਬਿੱਟੂ ਸਿੰਘ ਜੀ, ਕਿਹੜੀ ਜਗ੍ਹਾ ਤੋਂ ਆਏ ਹੋ? ਮਲੂਕਾ ਜੀ। ਅੱਜ ਆਜ਼ਾਦੀ ਦਿਵਸ ਆ, ਕੀ ਕਹਿਣਾ ਚਾਹੁੰਦੇ ਆ ਵੀ ਮਜ਼ਦੂਰਾਂ ਨੂੰ ਆਜ਼ਾਦੀ ਮਿਲਦੀ ਆ? ਆ ਵੇਖੋ ਜੀ, ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ। ਹੁਣ ਸਾਨੂੰ ਵੇਖ ਲਓ ਜੀ, ਕਿਤੇ 200 ਕਿਤੇ 100 ਰੁਪਿਆ, 500 ਰੁਪਿਆ ਵੇਖ ਲਓ ਜੀ। ਆਹ ਵੇਖੋ ਜੀ ਕੀ ਹਾਲਤ ਆ ਜੀ। ਦਿਹਾੜੀ ਰੋਜ਼ ਲੱਗ ਜਾਂਦੀ ਆ? ਨਾ ਜੀ, ਦਿਹਾੜੀ ਕਿੱਥੇ ਲੱਗਦੀ, ਮੁੜ ਕੇ ਆਨੇ ਜੀ। ਕਾਹਦੇ ਤੇ ਆਉਣੇ ਪਿੰਡ? ਬੱਸ ਤੇ ਆਉਨੇ ਜੀ, 30 ਰੁਪਏ ਕਿਰਾਇਆ ਲੱਗ ਜਾਂਦਾ ਜੀ ਡੇਲੀ ਦਾ। ਤੇ ਆਹ ਵੇਖੋ ਜੀ, ਲੇਬਰ ਵਾਲੇ ਵੇਖੋ ਜੀ ਵਿਚਾਰੇ ਕੀ ਕਰਨਗੇ ਇਹ। ਜੇ ਦਿਹਾੜੀ ਕਿੰਨੇ ਕੁ ਦਿਨਾਂ ਬਾਅਦ ਲੱਗ ਜਾਂਦੀ ਆ? 10 ਦਿਨ ਘਰ ਵਿਹਲੇ ਮੁੜ ਕੇ ਆਨੇ ਜੀ। ਤੇ ਪਰਿਵਾਰ ਪਲ ਜਾਂਦਾ ਫਿਰ ਇੰਨੇ ਕੁ ਪੈਸਿਆਂ ਨਾਲ? ਨਾ ਜੀ, ਕਿੱਥੇ ਪਲਦਾ ਜੀ। ਮੂਰੇ ਜਾਪਾ ਜੀ, ਵੇਖੋ ਹੁਣ ਕੀ ਕਰੂਗਾ ਗਰੀਬ, ਕਿੱਥੇ ਕਿੱਥੇ ਜਾਊਗਾ। ਸਰਕਾਰ ਕਹਿੰਦੀ ਆ ਵੀ ਅਸੀਂ ਮਜ਼ਦੂਰਾਂ ਦੀ ਗੱਲ ਸੁਣਾਂਗੇ, ਸਰਕਾਰ ਬਣਾਈ ਸੀ, ਸਰਕਾਰ ਨੂੰ ਕਿਵੇਂ ਦੇਖਦੇ? ਸਰਕਾਰ ਕਹਿੰਦੀ ਅਸੀਂ ਕਿਤੇ ਸਿਲੰਡਰ ਦਿੱਤੇ ਸੀ ਪਹਿਲਾਂ, ਉਹ ਸਿਲੰਡਰ ਹੁਣ ਵੇਖ ਲਓ 1000 ਤੇ ਆਵੜਿਆ ਸਿਲੰਡਰ। ਕਿੱਥੇ ਕਹਿੰਦੇ ਕਿੱਥੇ ਫ੍ਰੀ ਦੇਵਾਂਗੇ ਅਸੀਂ, ਹੈਂ ਕਹਿੰਦੇ ਪੈਨਸ਼ਨ ਲਵਾਵਾਂਗੇ, ਨੌਕਰੀਆਂ ਦੇਵਾਂਗੇ ਗਰੀਬਾਂ ਨੂੰ। ਕਿੱਥੇ ਉਹ ਕਹਿੰਦੇ, ਸਰਕਾਰ ਕਹਿੰਦੀ ਗਰੀਬਾਂ ਨੂੰ ਘਰ ਪਾ ਕੇ ਦੇਵਾਂਗੇ, ਗਰੀਬ ਸੁਣਦੀ ਨਹੀਂ ਸਰਕਾਰ, ਕਿੱਥੋਂ ਸੁਣੂਗੀ। ਕੀ ਨਾਮ ਹੈ ਬਾਈ? ਸਿਕੰਦਰ ਸਿੰਘ ਜੀ। ਕਿਹੜੇ ਪਿੰਡ ਤੋਂ? ਮੇਰਾ ਪਿੰਡ ਤਾਂ ਜੀ ਲੋਕਲ ਹੀ ਰਹਿਣਾ ਇੱਥੇ। 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ, ਅੱਜ ਆਜ਼ਾਦੀ ਦਿਵਸ ਵੀ ਮਨਾਇਆ ਜਾ ਰਿਹਾ, ਪਰ ਮਜ਼ਦੂਰ ਦੀ ਆਜ਼ਾਦੀ ਕਿਵੇਂ ਹੈ, ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੁੰਦੇ? ਮਜ਼ਦੂਰ ਦੀ ਕੋਈ ਆਜ਼ਾਦੀ ਨਹੀਂ ਗੀ ਜੀ। ਮਹਿੰਗਾਈਆਂ ਵੱਧ ਚੁੱਕੀਆਂ ਜੀ, ਤੇਲ ਵੀ ਵੱਧ ਗਿਆ ਜੀ। ਸਾਈਕਲਾਂ ਤੇ ਆਉਂਦੇ ਆ, ਕੋਈ ਮੋਟਰਸਾਈਕਲਾਂ ਤੇ ਆਉਂਦੇ ਆ ਜੀ, ਤੇ ਖਾਲੀ ਮੁੜ ਕੇ ਜਾਂਦੇ ਆ ਜੀ। ਤੇ ਕਿਸੇ ਟਾਈਮ ਬੱਚੇ ਭੁੱਖੇ ਵੀ ਪੈ ਸਕਦੇ ਹੈਗੇ ਜੀ, ਤੇ ਆਪ ਵੀ ਭੁੱਖੇ ਰਹਿੰਦੇ ਆ ਜੀ ਕਿਸੇ ਟਾਈਮ ਜੀ। ਕਿਸੇ ਟਾਈਮ ਵੀ ਆਜ਼ਾਦੀ ਕੋਈ ਆਜ਼ਾਦੀ ਨਹੀਂ ਗੀ ਜੀ।
ਸਮਾਂ ਦੀ ਮੈਨੂੰ ਲੱਗਦਾ ਵੀ ਦੇਸ਼ ਹੋਰ ਗੁਲਾਮ ਹੋ ਗਿਆ ਜੀ। ਕਿੰਨੀ ਦਿਹਾੜੀ ਅੱਜ ਕੱਲ੍ਹ ਚੱਲਦੀ ਹੈ? ਦਿਹਾੜੀ 500 ਰੁਪਿਆ ਚੱਲਦੀ ਹੈ ਜੀ, ਕੋਈ 400 ਦਿੰਦਾ। ਜਦੋਂ ਫਸੇ ਹੁੰਨੇ ਆ ਕਈ ਵਾਰ 300 ਤੇ ਵੀ ਜਾਣਾ ਪੈਂਦਾ, ਵੀ ਐਂ ਕਰਦੇ ਵੀ ਚੱਲ ਵਿਹਲੇ ਮੁੜਾਂਗੇ ਘਰ ਨੂੰ, ਵੀ 300 ਤੇ ਵੀ ਜਾਣਾ ਪੈਂਦਾ ਜੀ। ਰੋਜ਼ ਦਿਹਾੜੀ ਲੱਗ ਜਾਂਦੀ ਆ? ਕੋਈ ਦਿਹਾੜੀ ਨਹੀਂ ਲੱਗਦੀ ਜੀ, ਮੌਸਮ ਖਰਾਬ ਹੈ ਜੀ, ਤੇ ਅੱਗੇ ਨਾਲੋਂ ਜ਼ਿਆਦਾ ਵੀ ਆਬਾਦੀ ਤਾਂ ਵਧਣੀ ਹੈਗੀ, ਆਬਾਦੀ ਹੋਰ ਵੱਧ ਗਈ ਆ। ਕੋਈ ਬਿਹਾਰ ਤੋਂ ਆਉਂਦਾ, ਕੋਈ ਯੂਪੀ 'ਚ ਆਉਂਦਾ, ਕਿਉਂਕਿ ਉਹ ਵੀ ਭੁੱਖੇ ਮਰਦੇ ਆ ਵੀ ਇੱਧਰ ਆਉਂਦੇ ਹੈਗੇ, ਤੇ ਨਾਲ ਸਮਾਂ ਦੀ ਅਸੀਂ ਅੱਡ ਭੁੱਖੇ ਮਰਦੇ ਆਂਗੇ। ਜਿੰਨੀ ਕੁ ਦਿਹਾੜੀ ਮਿਲਦੀ ਆ ਉਹਦੇ ਨਾਲ ਪਰਿਵਾਰ ਪਲ ਜਾਂਦਾ ਵਾ? ਨਹੀਂ ਪਲਦਾ ਜੀ। ਕਿਸੇ ਟਾਈਮ 500 ਤੁਹਾਨੂੰ ਦੱਸਿਆ ਜੀ, ਕਿਸੇ ਟਾਈਮ 300 ਲੈ ਕੇ ਜਾਂਦੇ ਆ, ਕਿਸੇ ਟਾਈਮ ਖਾਲੀ ਜਾਂਦੇ ਆ ਵੀ ਹਫਤਾ ਦਿਹਾੜੀ ਨਹੀਂ ਲੱਗਦੀ ਜਦੋਂ ਮੌਸਮ ਖਰਾਬ ਹੈ ਜੀ। ਮਜ਼ਦੂਰ ਚੌਕ ਦੇ ਵਿੱਚ ਤੁਸੀਂ ਖੜੇ ਹੋ, ਕਿੰਨੇ ਕੁ ਮਜ਼ਦੂਰ ਹੈ ਇੱਥੇ ਘੱਟੋ ਘੱਟ ਗਿਣਤੀ ਦੇ ਵਿੱਚ? ਘੱਟੋ ਘੱਟ 1000 ਮਜ਼ਦੂਰ ਹੈਗਾ ਇੱਥੇ ਜੀ। ਹਾਂਜੀ ਆਣਗੇ। ਤੁਸੀਂ ਸਰਕਾਰਾਂ ਦਾਅਵੇ ਕਰਦੀਆਂ ਨੇ ਹਰ ਘਰ ਤੇ ਕਹਿੰਦੇ ਝੰਡਾ ਵੀ ਲਾਓ ਤੇ ਉਹਦੀਆਂ ਫੋਟੋਆਂ ਵੀ ਪਾਓ, ਪਰ ਦੂਸਰੇ ਪਾਸੇ ਮਜ਼ਦੂਰ ਦੀ ਬਾਂਹ ਨਹੀਂ ਫੜਦੀ। ਤੁਸੀਂ ਵੋਟਾਂ ਨਾਲ ਸਰਕਾਰ ਨੂੰ ਬਣਾਈ ਹੈ, ਸਰਕਾਰ ਨੂੰ ਕਿਵੇਂ ਦੇਖਦੇ? ਸਰਕਾਰ ਤਾਂ ਜੀ ਜਮੇ ਨਹੀਂ ਵੇਖਦੀ ਜੀ, ਠੀਕ ਹੈ ਜੀ, ਤੇ ਨਾ ਹੀ ਵੋਟਾਂ ਪਾਈਆਂ ਸੀ ਉਹਨਾਂ ਨੂੰ ਵੀ ਕੰਮ ਧੰਦਾ ਕਰਨਗੇ ਮਾੜਾ ਮੋਟਾ, ਨਾ ਹੀ ਉਹਨਾਂ ਨੇ ਕੋਈ ਕੰਮ ਧੰਦਾ ਕੀਤਾ ਜੀ। ਤੇ ਸਮਾਦੀਪ ਕਹਿੰਦੇ ਬਿੱਲ ਮਾਫ ਹੋਣਗੇ, ਆਹ ਬਿੱਲਾਂ ਦਾ ਡੰਡਾ ਹੋਰ ਦੇਤਾ ਜੀ, ਜਿੱਥੇ ਪਹਿਲਾਂ 500 ਆਉਂਦਾ ਸੀ ਉੱਥੇ 2500 ਆ ਗਿਆ ਜੀ, ਕਹਿੰਦੇ ਮਾਫ ਹੋਣਗੇ। ਮੇਰਾ ਨਾਮ ਹੈਗਾ ਸੋਨੂ ਜੀ। ਮੈਂ ਬਾਬਾ ਦੀਪ ਸਿੰਘ ਨਗਰ ਤੋਂ ਆਇਆ ਜੀ। ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ, ਝੰਡੇ ਲਹਿਰਾਏ ਜਾ ਰਹੇ ਆ, ਤੁਹਾਡੀ ਮਜ਼ਦੂਰ ਦੀ ਆਜ਼ਾਦੀ ਕਿਸ ਤਰ੍ਹਾਂ? ਸਾਡੀ ਮਜ਼ਦੂਰ ਦੀ ਆਜ਼ਾਦੀ ਬਹੁਤ ਬੇਕਾਰ ਹੈ ਜੀ। ਇਹਨਾਂ ਹਾਲਾਤਾਂ ਨੂੰ ਦੇਖ ਕੇ ਕਹਿ ਨਹੀਂ ਸਕਦੇ ਸਾਨੂੰ ਆਜ਼ਾਦ ਮਿਲ ਗਿਆ ਕੁਛ ਦੇਸ਼। ਨਵੀਂ ਸਰਕਾਰ ਜਿੱਦਾਂ ਆਈ ਜਾਂਦੀ ਹੈ ਸਾਨੂੰ ਕੁਝ ਵੀ ਨਹੀਂ ਮਿਲ ਰਿਹਾ, ਨਾ ਹੀ ਤਾਂ ਸਾਡੀ ਸਹੂਲਤ ਹੈ, ਨਾ ਕੋਈ ਇੱਧਰ ਲੇਬਰ ਚੌਂਕ ਸਾਰਾ ਭਰਿਆ ਪਿਆ ਸਾਡਾ ਦੇਖਿਆ ਜਾਵੇ, ਇੱਧਰ ਵੀ ਬਹੁਤ ਸਾਰੇ ਲੋਕ ਖੜੇ ਨੇ, ਸਾਨੂੰ ਕੋਈ ਵੀ ਸਹੂਲਤ ਨਹੀਂ ਹੈਗੀ। ਤੁਸੀਂ ਰੋਜ਼ ਆਉਂਦੇ ਆ, ਦਿਹਾੜੀ ਲੱਗ ਜਾਂਦੀ ਹੈ? ਰੋਜ਼ ਨਹੀਂ ਲੱਗਦੀ ਜੀ, 2-4 ਦਿਨਾਂ ਪਿੱਛੋਂ, ਹਫਤੇ ਪਿੱਛੋਂ ਇੱਕ ਅੱਧਾ ਦਿਨ ਲੱਗ ਜਾਂਦਾ ਜੀ। ਪਰਿਵਾਰ ਤੁਸੀਂ ਤਾਂ ਚਲੋ ਨੌਜਵਾਨ ਹੋ, ਹਜੇ ਇੰਨਾ ਖਰਚਾ ਨਹੀਂ, ਜਿਹਦੇ ਬੱਚੇ ਨੇ, ਪਰਿਵਾਰ ਨੇ, ਫਿਰ ਮਜ਼ਦੂਰ ਪਰਿਵਾਰ ਕਿਵੇਂ ਪਾਲਦਾ? ਮਜ਼ਦੂਰ ਪਰਿਵਾਰ ਆਪਣੇ ਭਾਈਚਾਰੇ ਹੈਗੇ ਜਿਹੜੇ ਬਹੁਤ ਔਖਾ ਨਿਭਾ ਰਹੇ ਨੇ, ਕਿਉਂਕਿ ਕਈਆਂ ਦੇ ਪਰਿਵਾਰ ਦੀ ਹਾਲਤ ਇੰਨੀ ਬੇਕਾਰ ਹੈ ਕਿ ਰੋਟੀ ਨੂੰ ਵੀ ਬਹੁਤ ਔਖਾ ਜੀ। ਕਈ ਵਾਰੀ ਮੈਂ ਆਪਦੇ ਘਰੋਂ ਵੀ ਰੋਟੀ ਲੈ ਕੇ ਆਉਂਦਾ ਉਹਨਾਂ ਤੇ ਨਾਲ ਦੂਜਿਆਂ ਨੂੰ ਵੀ ਖਵਾ ਦਿੰਦਾ ਉਹਨਾਂ, ਤਾਂ ਕਿ ਅਗਲੇ ਦਾ ਸਰਕਲ ਸੈੱਟ ਰਵੇ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰਾਂ ਆਪਾਂ ਚੁਣਦੇ ਹਾਂ, ਉਮੀਦ ਕਰਦੇ ਹਾਂ ਵੀ ਭਾਈ ਸਾਡੇ 'ਚ ਸੁਧਾਰ ਹੋਊਗਾ, ਪਰ ਮਜ਼ਦੂਰ ਚੌਂਕ 'ਤੇ ਖੜੇ ਹਾਲਾਤ ਬਹੁਤ ਮਾੜੇ ਨੇ। ਕੀ ਮੰਗ ਕਰਦੇ ਹੋ ਸਰਕਾਰ? ਸਰਕਾਰ ਨਵੀਂ ਸੋਚੀ ਸੀ ਆਮ ਪਾਰਟੀ ਆਊਗੀ ਤੇ ਸਾਨੂੰ ਕੋਈ ਸਹੂਲਤ ਦੇਊਗੀ, ਪਰ ਦੇਖਿਆ ਜਾਵੇ ਤਾਂ ਪੈਸੇ ਔਰ ਲੀਡਰਗਿਰੀ ਵਿੱਚ ਵੜ ਕੇ ਹਰ ਕੋਈ ਬਦਲ ਜਾਂਦਾ ਜੀ। ਮੈਂ ਸੋਚਿਆ ਸੀਗਾ ਕਿ ਨਵੀਂ ਸਰਕਾਰ ਜਿੱਦਾਂ ਆਊਗੀ ਸਾਨੂੰ ਕੋਈ ਸਹੂਲਤ ਮਿਲੂਗੀ। ਮੈਂ ਮੈਟ੍ਰਿਕ ਪਾਸ ਕੀਤੀ ਹੋਈ ਹੈ, ਸਾਨੂੰ ਅਸੀਂ ਜਾਂਦੇ ਹਾਂ ਦਫ਼ਤਰ, ਕੋਰਟ ਕਚਹਿਰੀ, ਕਿੱਥੇ ਵੀ ਜਾਂਦੇ ਹਾਂ, ਉੱਥੇ ਅਗਲੇ ਪੈਸੇ ਮੰਗਦੇ ਆ ਕੋਈ ਵੀ ਚੀਜ਼ ਦੇ, ਤੇ ਇੰਨੇ ਹੀ ਸਾਡੇ ਕੋਲੇ ਨਾ ਆਮਦਨ ਆ, ਨਾ ਹੀ ਕੋਈ ਪੈਸਾ, ਨਾ ਹੀ ਅਸੀਂ ਦੇ ਸਕਦੇ ਹਾਂ। ਸਰਕਾਰ ਕਹਿੰਦੀ ਕਰਪਸ਼ਨ ਖਤਮ ਕਰਤੀ, ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ, ਲੱਗਦਾ ਹੋ ਗਈ ਖਤਮ ਕਰਪਸ਼ਨ? ਜੀ ਨੰਬਰ ਤੇ ਜਾਰੀ ਕੀਤਾ ਕਹਿੰਦੇ ਆ, ਪਰ ਇਹਦੇ 'ਚ ਕੋਈ ਮੰਤਰੀ ਜਿਹੜੇ ਵੱਡੇ ਆ ਉਹਨਾਂ ਨੂੰ ਤਾਂ ਠੀਕ ਹੈ, ਜਿਹੜੇ ਪਿਛਲੇ ਬੰਦੇ ਆ ਵਿੱਚੋਂ ਕਈ ਅਫਸਰ ਹੋਰ ਵੀ ਆ, ਉਹ ਵਿੱਚੋਂ ਪੈਸਾ ਖਾਈ ਜਾਂਦੇ ਆ। ਅਗਲੇ ਕਹਿ ਦਿੰਦੇ ਆ ਹਜੇ ਪੋਸਟਾਂ ਨਹੀਂ ਨਿਕਲੀਆਂ ਜਾਂ ਕੁਝ ਹੋਰ ਹੈ। ਸਰਕਾਰ ਨੂੰ ਮੈਂ ਇਹੀ ਉਮੀਦ ਕਰਨਾ ਚਾਹੁੰਦਾ ਕਿ ਬਈ ਪੋਸਟਾਂ ਤਾਂ ਕੱਟਤੀਆਂ, ਪਰ ਆਮ ਜਨਤਾ ਨੂੰ ਕੋਈ ਵੀ ਸਹੂਲਤ ਨਹੀਂ ਹੈਗੀ। ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਬਈ ਸਾਡੀ ਵੀ ਕੋਈ ਰੈਪੂਟੇਸ਼ਨ ਕੀਤੀ ਜਾਵੇ। ਕਿਹਾ ਜਾਂਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਗਰੀਬਾਂ ਦੀ ਮਸੀਹਾ ਪਾਰਟੀ ਹੈ, ਤੁਸੀਂ ਕਿਵੇਂ ਦੇਖਦੇ ਹੋ? ਮਸੀਹਾ ਤਾਂ ਸਾਨੂੰ ਤਾਂ ਕੋਈ ਲਾਭ ਨਹੀਂ ਦਿਖਿਆ ਜੀ ਇਸ ਤੱਕ। ਨਾਮ ਆ ਬਾਪੂ ਜੀ? ਬਲਦੇਵ ਸਿੰਘ ਹੈ ਜੀ, ਕਿਹੜੀ ਜਗ੍ਹਾ ਤੋਂ ਆਏ? ਬਾਹੋ ਯਾਤਰੀ ਤੋਂ ਆਏ ਜੀ। ਇੱਕ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ, ਲੱਗਦਾ ਵੀ ਮਜ਼ਦੂਰ ਨੂੰ ਆਜ਼ਾਦੀ ਮਿਲ ਗਈ ਆ? ਵੀ ਇਹ ਸਾਡੇ ਕੋਲੇ ਹੁਣ ਵੇਖ ਲਓ ਚੌਂਕ 'ਚ ਆਉਂਦੇ ਆ, ਜਦੋਂ ਚੌਂਕ 'ਚ ਆਉਂਦੇ ਆ ਅਸੀਂ 30-35 ਕਿਲੋਮੀਟਰ ਬਾਹਰ ਤੋਂ ਆਉਣੇ ਆ। ਸਾਡੀ ਦਿਹਾੜੀ ਕਿਤੇ ਲੱਗ ਜਾਂਦੀ ਆ, ਇੱਕ ਦਿਨ ਲੱਗ ਗਈ, 2 ਦਿਨ ਰਹਿ ਗਏ, ਸਾਡੇ ਪੱਲੇ ਕੁਛ ਨਹੀਂ ਪੈਂਦਾ ਹੋਰ। ਸਰਕਾਰ ਇੱਕ ਪਾਸੇ ਕਹਿੰਦੀ ਕਿ ਹਰੇਕ ਘਰ ਤੇ ਝੰਡਾ ਲਾਓ, ਦੂਸਰੇ ਪਾਸੇ ਨਵੀਂ ਸਰਕਾਰ ਬਣਾਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਇੱਕ ਬੰਦੇ ਦੀ ਗੱਲ ਸੁਣਾਂਗੇ। ਲੱਗਦਾ ਵੀ ਤੁਹਾਡੀ ਗੱਲ ਮਜ਼ਦੂਰਾਂ ਨੇ ਸੁਣੀ ਆ? ਨਹੀਂ ਸੁਣੀ ਜੀ, ਕੋਈ ਗੱਲ ਨਹੀਂ ਹਾਲ ਤੱਕ ਸੁਣੀ ਜੀ ਸਾਡੀ। ਕਿੰਨੇ ਕੁ ਦਿਨਾਂ ਬਾਅਦ ਦਿਹਾੜੀ ਲੱਗ ਜਾਂਦੀ ਆ? ਦਿਹਾੜੀ ਜੀ ਦੂਜੇ ਤੀਜੇ ਦਿਨ ਇੱਕ ਦਿਨ ਲੱਗਦੀ ਹੈ। ਤੇ ਫਿਰ ਜਿਹੜਾ ਪਰਿਵਾਰ ਦਾ ਟਾਈਮ ਪਾਸ ਕਿਵੇਂ ਹੁੰਦਾ ਇੰਨੀ ਮਹਿੰਗਾਈ ਦੇ ਵਿੱਚ? ਇੰਨੀ ਮਹਿੰਗਾਈ ਦੇ ਵਿੱਚ ਜੀ ਗੱਲ ਸੁਣੋ ਵੀ ਆਟਾ ਵੀ ਮੁੱਲ ਦਾ, ਹਰ ਇੱਕ ਚੀਜ਼ ਹੀ ਮੁੱਲ ਦੀ ਹੈ।
ਉਹ ਹੁਣ ਜਿਵੇਂ ਆਪਦੇ ਗਵਾਂਢੀ ਆ ਸਾਡਾ ਐਸ ਲੋਡ ਕਰਕੇ ਚੱਲ ਜਾਂਦਾ ਵੀ ਇੱਕ ਦੂਜੇ ਕੋਲ ਹੈ ਨਹੀਂ ਤਾਂ ਲੈ ਸਕਦੇ ਆ ਅਸੀਂ। ਉਹ ਸਾਡਾ ਕੋਈ ਹਾਲ ਨਹੀਂ। ਕਿੰਨੀ ਦਿਹਾੜੀ ਚੱਲਦੀ ਆ ਜੀ? ਦਿਹਾੜੀ ਤਾਂ ਜੀ 400 ਰੁਪਏ ਚੱਲਦੀ। 400 ਰੁਪਏ ਚ ਦਿਹਾੜੀ ਰੋਜ਼ ਲੱਗਦੀ ਨਹੀਂ। ਹਾਂ, ਫਿਰ ਮਤਲਬ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਆ ਜੀ? ਮੰਗ ਇਹੀ ਕਹਿੰਦੇ ਆ ਜੀ ਸਾਨੂੰ ਦਿਹਾੜੀ ਤਾਂ ਵਧੇ, ਸਿੱਖ ਦਿਹਾੜੀ ਵਧੇ। ਜਿਹੜੇ ਹੋਰ ਖਰਚੇ ਆ, ਹੁਣ ਸਾਡੇ ਗਾਈਆਂ ਪਸ਼ੂਆਂ ਤੇ ਲਾਓ, ਪਸ਼ੂਆਂ ਤੇ ਲਾ ਲਓ ਵੀ ਸਾਡੇ ਅੱਜ 5 ਗਾਈਆਂ ਮਰ ਗਈਆਂ, 5 ਗਾਈਆਂ ਮਰ ਗਈਆਂ ਤੇ ਅਸੀਂ ਲਵਾਂਗੇ ਕਿਹੜੇ ਹਿਸਾਬ ਨਾਲ? ਜਦੋਂ ਤੁਸੀਂ ਘਰੇ ਜਾਂਦੇ ਹੋ ਹਾਂ। ਪਰਿਵਾਰ ਨੂੰ ਹੁੰਦਾ ਵੀ ਅੱਜ ਦਿਹਾੜੀ ਲੈ ਕੇ ਆਇਆ, ਬਾਕੀ ਕੁਝ ਲੈ ਕੇ ਆਓ। ਹਾਂਜੀ, ਜਦੋਂ ਖਾਲੀ ਮੁੜ ਜਾਂਦੇ ਹੋ ਕੀ ਪਰਿਵਾਰ ਕਿਵੇਂ ਮਹਿਸੂਸ ਕਰਦਾ ਜੀ? ਮਹਿਸੂਸ ਕੀ ਮਨ ਦੁਖੀ ਕਰਕੇ ਬਹਿ ਜਾਂਦੇ ਆ, ਹੋਰ ਕੀ। ਵੀ ਜਦੋਂ ਮਿਲਦਾ ਨਹੀਂ ਵੀ ਚੁੱਪ ਕਰ ਜਾਂਦੇ, ਭੁੱਖੇ ਚਾਹੇ ਆ ਤਾਂ ਪੈ ਜਾਂਦੇ ਆ। ਆ ਮੇਰੀ ਜੀ 65 ਸਾਲ ਦੀ ਹੋ ਗਈ, 65 ਸਾਲ ਦੀ ਉਮਰ। ਇਸ ਉਮਰ 'ਚ ਦਿਹਾੜੀ ਕਰਨਾ ਕਿੰਨਾ ਔਖਾ ਗੱਲ ਆ ਨੌਜਵਾਨ? ਔਖਾ ਬਹੁਤ ਹੈ ਜੀ, ਮਜਬੂਰੀ ਕਰਾਉਂਦੇ। ਇੱਕ ਮੇਰੀ ਪੋਤੀ ਆ, ਇੱਕ ਮੇਰਾ ਪੋਤਾ, ਛੋਟੇ ਛੋਟੇ ਬੱਚੇ ਆ। ਮੁੰਡਾ ਮੇਰਾ ਐਕਸੀਡੈਂਟ ਹੋ ਗਿਆ ਸੀਗਾ, ਆ ਜਵਾੜੇ ਟੁੱਟ ਗਏ ਸੀ। ਬੱਜ ਦਿਹਾੜੀ ਲਾ ਕੇ ਜਾਣਾ ਤੇ ਬੱਚਿਆਂ ਨੂੰ ਫੜੀ ਜਾਣਾ। ਇਲਾਜ ਤੁਸੀਂ ਐਕਸੀਡੈਂਟ ਦੀ ਗੱਲ ਕੀਤੀ ਆ, ਸਰਕਾਰ ਕਹਿੰਦੀ ਸੀ ਵੀ ਹਸਪਤਾਲ 'ਚ ਦਵਾਈਆਂ ਫ੍ਰੀ ਮਿਲਣੀਆਂ, ਨਵੇਂ ਕਲੀਨਿਕ ਖੋਲ੍ਹੇ ਜਾਣਗੇ, ਲੱਗਦਾ ਵੀ ਉਹਦੇ 'ਚ ਫਰਕ? ਮੇਰਾ ਜੀ 4 ਲੱਖ ਰੁਪਇਆ ਲੱਗ ਗਿਆ ਸੀ ਹਾਨੇ ਸਾਲ ਨੂੰ, ਕੁਝ ਵੀ ਨਹੀਂ ਪੱਲੇ ਪਿਆ। ਉਹੀ ਡਾਕਟਰ ਕੋਲ ਕੋਈ ਪੈਸਾ ਨਹੀਂ, ਆਪਦੇ ਪੱਲੇ ਲਾਇਆ। ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਮਜ਼ਦੂਰਾਂ ਦੀ ਗੱਲ ਸੁਣਾਂਗੇ, ਅਸੀਂ ਸੁਧਾਰ ਕਰਾਂਗੇ, ਲੱਗਦਾ ਵੀ ਕੁਝ ਫਰਕ ਪਿਆ ਜਾਂ ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ, ਵੀ ਸਾਡੇ ਕੰਮ ਹੋਣੇ ਚਾਹੀਦੇ ਜਿਵੇਂ ਅੱਗੇ ਸਰਕਾਰਾਂ ਕਰਦੀਆਂ ਉਵੇਂ ਜੋ ਕਰੀ ਇਹ ਕਰੀ ਜਾਓ। ਦਿਹਾੜੀ ਦਾ ਰੇਟ ਆ ਜਿਹੜਾ ਕੀ ਲੱਗਦਾ ਠੀਕ ਆ ਜਾਂ ਵਧਣਾ ਚਾਹੀਦਾ? ਦਿਹਾੜੀ ਤਾਂ ਜੀ 500 550 ਰੁਪਏ ਚਾਹੀਦਾ। ਇਸ ਉਮਰ ਤੇ ਦਿਹਾੜੀ ਲੈ ਜਾਂਦੇ ਬਾਪੂ ਜੀ? ਹਾਂਜੀ, ਦਿਹਾੜੀ ਲੈ ਜਾਂਦੇ ਆ ਲੋਕ, ਆਈ ਨਹੀਂ ਕਹਿੰਦੇ ਵੀ ਬਜ਼ੁਰਗ ਬੰਦਾ। ਹਾਂ ਕਹਿੰਦੇ ਆ ਜੀ, ਬਜ਼ੁਰਗ ਦਾ ਬੜਾ ਉਹਨਾਂ ਮਿਸਤਰੀਆਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਬੰਦਾ ਇਹ ਕੰਮ ਵਾਲਾ, ਤਾਂ ਜਾਂਦੇ ਆ ਕਿ ਆਪਾਂ 1 ਮਿੰਟ ਰੁਕਣਾ ਨਹੀਂ, ਖੜਨਾ ਨਹੀਂ, ਵੀ ਜਿੰਨੇ ਜੋਕਨੇ ਆਪਦਾ ਕਰੀ ਜਾਵਾਂਗੇ। ਆਮ ਬੰਦੇ ਨੂੰ ਛੇਤੀ ਨਹੀਂ ਪਤਾ ਲੱਗਦਾ, ਮਿਸਤਰੀ ਦਾ ਪਛਾਣ ਕਰ ਲੈਂਦੇ। ਹਾਂ, ਆਪੇ ਪੁੱਛ ਲੈ, ਵੇਖ ਲੈਂਦੇ ਵੀ ਹਾਂ ਠੀਕ ਹੈ, ਨਾਲ ਜਾਂਦੇ ਆ ਤੇ ਬੰਦਾ ਪਛਾਣਿਆ ਜਾਂਦਾ। ਉਹ ਅਨਪੜ੍ਹ ਹੈ ਜੀ, ਤੁਰੇ ਜਾਂਦੇ। ਕੀ ਨਾਮ ਹੈ ਬਾਈ ਤੁਹਾਡਾ? ਚੰਨਾ ਹੈ ਜੀ। ਬਾਈ ਜੀ ਇਹ ਹੁਣ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ, ਝੰਡੇ ਲਹਿਰਾਏ ਜਾ ਰਹੇ ਆ, ਪਰ ਮਜ਼ਦੂਰ ਦੀ ਆਜ਼ਾਦੀ ਕਿਹੋ ਜਿਹੀ ਹੈ, ਕੀ ਕਹਿਣਾ ਚਾਹੁੰਦੇ? ਬਹੁਤ ਮਾੜੀ ਹੈ ਜੀ। ਮੈਨੂੰ ਇੱਕ ਝੰਡਾ ਮੰਗਣ ਵਾਸਤੇ ਸਾਰੇ ਬਠਿੰਡੇ 'ਚ ਗੇੜੇ ਦੇਤੇ। ਗੱਲ ਕਰ ਕਿਸੇ ਨੇ ਝੰਡਾ ਨਹੀਂ ਦਿੱਤਾ, ਪੈਸਾ ਤੋਂ ਬਿਨਾਂ ਦਿੰਦੇ ਨਹੀਂ। ਕਹਿੰਦੇ ਕੋਈ ਕਹਿੰਦਾ 20 ਰੁਪਏ ਕੱਢੋ, ਕੋਈ ਕਹਿੰਦਾ 30 ਰੁਪਏ ਕੱਢੋ। ਪਰ ਬਹੁਤ ਮਾੜਾ ਹਾਲ ਹੈ ਸਾਡਾ ਭਈ ਅਸੀਂ ਜਦੋਂ ਵੀ ਦਿਹਾੜੀ ਤੇ ਆਉਣੇ, ਅੱਜ ਮੈਨੂੰ 5 ਦਿਨ ਹੋ ਗਏ ਮੁੜਦੇ ਨੂੰ, ਤੇ ਘਰੇ ਨਿੱਕੇ ਨਿੱਕੇ 2 ਬੱਚੇ ਆ ਭਈ ਬਹੁਤ ਔਖਾ ਟਾਈਮ ਟਪਾਉਣਾ ਹੋਇਆ ਪਿਆ। ਕਿੰਨੇ ਕੁ ਦਿਨਾਂ ਬਾਅਦ ਦਿਹਾੜੀ ਲੱਗ ਜਾਂਦੀ ਹੈ? 4-5 ਦਿਨਾਂ ਤੋਂ ਲੱਗਦੀ ਹੈ ਜੀ, ਕਦੇ ਦੂਜੇ ਦਿਨ ਲੱਗ ਜਾਂਦੀ ਹੈ, ਕਦੇ ਤੀਜੇ ਦਿਨ ਲੱਗ ਜਾਂਦੀ ਹੈ। 40 ਰੁਪਏ ਕਿਰਾਇਆ ਲਾ ਕੇ ਉਹਨਾਂ ਪਿੰਡ ਗਹਿਰੀ ਭਾਗੀ ਤੋਂ। ਕਿੰਨੀ ਕੁ ਦਿਹਾੜੀ ਚੱਲਦੀ ਹੈ? ਦਿਹਾੜੀ ਜੀ ਇੱਥੇ ਕੋਈ 500 ਦਿੰਦਾ ਤੇ ਉਹ ਕੋਈ 350 ਦਿੰਦਾ, ਕੋਈ 400 ਦਿੰਦਾ, ਕੋਈ 100 ਦਿੰਦਾ, ਕੋਈ 150 ਦਿੰਦਾ। ਕੋਈ ਦਿਹਾੜੀ ਦਾ ਤਾਂ ਕੋਈ ਬੰਨੀ ਨਹੀਂ ਜੀ ਦਿਹਾੜੀ ਦਾ। ਪਰਿਵਾਰ ਪਾਲਿਆ ਜਾਂਦਾ? ਤੁਸੀਂ ਕਹਿੰਦੇ 3-4 ਦਿਨਾਂ ਬਾਅਦ ਦਿਹਾੜੀ ਲੱਗਦੀ ਆ, 500-400 ਰੁਪਇਆ ਮਸਾ ਬਣਦਾ, ਫਿਰ ਪਰਿਵਾਰ ਕਿਵੇਂ ਪਾਲਦਾ? ਪਰਿਵਾਰ ਜੀ ਕੋਈ ਪੋਚਾ ਝਾੜੂ ਤੇ ਲੱਗੀ ਹੋਈ ਹੈ ਮੇਰੀ ਘਰ ਵਾਲੀ, ਤੇ ਉਹ ਕਿਤੇ ਜਾਂਦੀ ਆ ਤੇ ਕੁਛ ਖਰਚਾ ਹੀ ਚੱਲਦਾ, ਕੁਛ ਇੱਕ ਅੱਧੀ ਦਿਹਾੜੀ ਇੱਧਰੋਂ ਲੱਗ ਜਾਂਦੀ ਹੈ। ਸਰਕਾਰ ਕਹਿੰਦੀ ਸੀ ਵੀ ਅਸੀਂ ਨਵੀਂ ਬਣੀ ਸੀ ਪੰਜਾਬ 'ਚ, ਉਹਨਾਂ ਨੇ ਕਿਹਾ ਸੀ ਹਰ ਵਰਗ ਦਾ ਅਸੀਂ ਸੁਧਾਰ ਸਭ ਝੂਠ ਹੈ ਜੀ ਇਹ, ਸਾਡੇ ਵਾਸਤੇ ਕੋਈ ਲਾਭ ਨਹੀਂ ਹੈਗਾ। ਸਰਕਾਰ ਮੈਨੂੰ ਤਾਂ ਅੱਗੇ ਦੂਜੀਆਂ ਹੀ ਸਰਕਾਰਾਂ ਹੁਣ ਐਂ ਲੱਗਦਾ ਭਈ ਉਹ ਚੰਗੀਆਂ ਸੀਗੀਆਂ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਕਰਦੇ ਆ ਸਾਡੀ ਦਿਹਾੜੀ ਵਧਾਉਣ ਤੇ ਭਈ ਸਾਨੂੰ ਕੋਈ ਖੜਨ ਦਾ ਵੀ ਲਾਭ ਦੇਣ। ਇੱਥੇ ਧੱਕਾ ਮੁੱਕੀ ਚੱਲਦੀ ਹੈ ਜੀ, ਜਦੋਂ ਆਉਨੇ ਆ ਕਹਿੰਦੇ ਤੁਸੀਂ ਕਾਰਡ ਬਣਾਓ, ਦਿਹਾੜੀ ਤਾਂ ਉਹੀ ਨਹੀਂ ਲੱਗਦੀ, ਕਾਰਡ ਤੇ 300-400 ਰੁਪਇਆ ਮੰਗਦੇ ਆ। ਕਾਰਡ ਭਾਈ ਤੁਹਾਡਾ ਲੇਬਰ ਕਾਰਡ ਬਣਾ ਦਿਆਂਗੇ ਜਾਂ ਲੱਭ ਪੱਤਰ ਬਣਾ ਦਿਆਂਗੇ, ਸਰਕਾਰਾਂ ਤੋਂ ਮੰਗਾਂ ਆਉਂਦੇ, ਪਰ ਸਾਨੂੰ ਕੋਈ ਲਾਭ ਨਹੀਂ। ਸਰਕਾਰ ਝੂਠ ਬੋਲਦੀ ਆ। ਮੇਰੇ 2 ਕੁੜੀਆਂ ਹੋਈਆਂ, ਇੱਕ 5 ਸਾਲ ਦੀ ਆ, ਇੱਕ 2 ਸਾਲ ਦੀ ਆ। ਵੱਡੇ ਆਪਰੇਸ਼ਨ ਹੋਈਆਂ ਸੀ, ਕਹਿੰਦੇ ਸੀ ਕੁੜੀਆਂ ਦੇ ਖਾਤਿਆਂ 'ਚ ਪੈਸੇ ਆਉਣਗੇ, ਕੋਈ ਲਾਭ ਨਹੀਂ ਹੋਇਆ। ਸਰਕਾਰੀ ਹਸਪਤਾਲ 'ਚ ਹੀ ਹੋਈਆਂ ਉਹ। ਸਰਕਾਰ ਕਹਿੰਦੀ ਸੀ ਵੀ ਕਰਪਸ਼ਨ ਖਤਮ ਹੋ ਜੂਗੀ, ਕਿਤੇ ਪੈਸਾ ਨਹੀਂ ਦੇਣਾ ਪਊਗਾ, ਹਸਪਤਾਲਾਂ 'ਚ ਇਲਾਜ ਫ੍ਰੀ ਹੋਣ ਲੱਗ ਜੂ, ਕਲੀਨਿਕ ਖੋਲ੍ਹਣਗੇ, ਸਕੂਲ। ਨਹੀਂ ਜੀ, ਇਹ ਸਭ ਝੂਠ ਹੈ ਜੀ। ਹੁਣ ਉਹ ਕਾਰਡ ਵੀ ਲੱਗਿਆ ਸੀ, ਮੇਰੀ ਮਾਂ ਬਿਮਾਰ ਸੀਗੀ, ਸਾਥੋਂ ਬਾਹਰ ਦਵਾਈਆਂ ਦਾ 20,000 ਰੁਪਇਆ, ਘੱਟੋ ਘੱਟ 20,000 ਰੁਪਇਆ ਭਰਾ ਲਿਆ। ਕਦੇ ਸਿਲੰਡਰ ਵੇਚ, ਮੋਬਾਈਲ ਸੀ ਮੋਬਾਈਲ ਵੇਚਿਆ। ਦਿਹਾੜੀ ਤਾਂ ਉਹੀ ਨਹੀਂ ਗਏ, ਮੇਰੀ ਮਾਂ ਬਿਮਾਰ ਸੀਗੀ ਤੇ ਬਹੁਤ ਔਖਾ ਟਾਈਮ ਟਪਾਇਆ। ਬਾਹਰੋਂ ਦਵਾਈਆਂ ਲਿਆਉਂਦੇ ਸੀਗੇ, ਉਹ ਕਹਿੰਦੇ ਸੀ ਸਰਕਾਰੀ 'ਚ ਕਾਰਡ ਚੱਲਦਾ, ਪਰ ਬਾਹਰੋਂ ਸਾਨੂੰ ਘੱਟੋ ਘੱਟ 20,000 ਰੁਪਇਆ ਲਾਉਣਾ ਪਿਆ।
ਇਹ ਮਜ਼ਦੂਰਾਂ ਨਾਲ ਗੱਲਬਾਤ ਦੇਖਿਆ ਵੀ ਆ ਵੀ ਇਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ। ਉਹਨਾਂ ਨੇ ਕਿਹਾ ਬੇਸ਼ੱਕ ਸਰਕਾਰ ਲੱਖ ਦਾਅਵੇ ਕਰੇ ਪਰ ਮਜ਼ਦੂਰਾਂ ਦਾ ਸੁਧਾਰ ਨਹੀਂ ਹੋ ਸਕਿਆ ਤੇ ਸਰਕਾਰ ਨੂੰ ਮਜ਼ਦੂਰਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਮਜ਼ਦੂਰਾਂ ਦੀ ਬਾਹ ਫੜ ਕੇ ਤੇ ਉਹਨਾਂ ਦੇ ਜਿਹੜੀਆਂ ਸਮੱਸਿਆਵਾਂ ਦੂਰ ਕਰਨ ਵਿੱਚ ਕਿੰਨਾ ਕੁ ਸਫਲ ਹੁੰਦੀ ਹੈ। ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ।